Hello students, how are you? We are reading third lesson thinking out of the box. Today we are going to start the next part of this summary. Let's read, let's start. They were standing on a pebble covered path in the farmer's field. ਉਹ ਪੈਬਲ ਕਵਰਡ ਪਾਥ ਕੰਕਰਾਂ ਨਾਲ ਭਰੇ ਹੋਏ ਰਸਤੇ ਤੇ ਖੜ ਕੇ ਗੱਲਾਂ ਕਰ ਰਹੇ ਸਨ। ਐਜ਼ ਦੇ ਵਰ ਟਾਕਿੰਗ, ਜਦੋਂ ਗੱਲਾਂ ਕਰ ਰਹੇ ਸਨ, ਦਾ ਮਨੀ ਲੈਂਡਰ ਬੈਂਟ ਓਵਰ, ਤਾਂ ਜੋ ਮਨੀ ਲੈਂਡਰ ਸੀ ਚੁੱਕਿਆ, ਟੂ ਪਿਕ ਅਪ ਟੂ ਪੈਬਲਸ, ਦੋ ਕੰਕਰਾਂ ਨੂੰ ਚੁੱਕਣ ਦੇ ਲਈ ਚੁੱਕਿਆ। ਐਜ਼ ਹੀ ਪਿਕਡ ਦੀ ਪੈਬਲ, ਜਿਵੇਂ ਉਸਨੇ ਕੰਕਰਾਂ ਨੂੰ ਚੁੱਕਿਆ, ਦਾ ਸ਼ਾਰਪ ਆਈਡ ਗਰਲ ਨੋਟਿਸਡ, ਤਾਂ ਉਹ ਤੇਜ਼ ਨਜ਼ਰ ਵਾਲੀ ਲੜਕੀ ਨੇ ਕੀ ਨੋਟਿਸ ਕੀਤਾ, ਕੀ ਵੇਖਿਆ ਕਿ ਹੀ ਹੈਡ ਪਿਕਡ ਅਪ ਟੂ ਬਲੈਕ ਪੈਬਲਸ, ਕਿ ਉਸਨੇ ਚੁੱਕ ਲਏ ਸਨ। ਉਸਨੇ ਦੋਵੇਂ ਬਲੈਕ ਪੈਬਲ, ਦੋਵੇਂ ਕਾਲੇ ਜੋ ਕੰਕਰ ਸਨ, ਉਹ ਚੁੱਕ ਲਏ ਸਨ। ਐਂਡ ਪੁੱਟ ਦੈਮ ਇਨਟੂ ਦੀ ਬੈਗ, ਔਰ ਉਹਨਾਂ ਨੂੰ ਬੈਗ ਵਿੱਚ ਰੱਖ ਦਿੱਤਾ। ਗੱਲ ਕੀ ਹੋਈ ਸੀ? ਇੱਕ ਵਾਈਟ ਕੰਕਰ ਦੀ, ਇੱਕ ਬਲੈਕ ਕੰਕਰ ਦੀ। ਲੇਕਿਨ ਲੜਕੀ ਨੇ ਕੀ ਵੇਖਿਆ ਕਿ ਸ਼ਾਹੂਕਾਰ ਜੋ ਸੀ ਉਸਨੇ ਦੋਵੇਂ ਬਲੈਕ ਪੈਬਲ ਚੁੱਕ ਲਏ ਸਨ। ਹੀ ਦੈਨ ਆਸਕਡ ਦੀ ਗਰਲ ਟੂ ਪਿਕ ਅਪ ਪੈਬਲ ਫਰੋਮ ਦੀ ਬੈਗ, ਔਰ ਉਸਨੇ ਲੜਕੀ ਨੂੰ ਕਿਹਾ ਕਿ ਉਹ ਬੈਗ ਵਿੱਚੋਂ ਇੱਕ ਪੈਬਲ ਨੂੰ ਪਿਕ ਕਰੇ, ਚੁੱਕੇ। ਨਾਓ ਇਮੇਜਿਨ ਦੈਟ ਯੂ ਵਰ ਸਟੈਂਡਿੰਗ ਇਨ ਦੀ ਫੀਲਡ, ਹੁਣ ਤੁਸੀਂ ਕਲਪਨਾ ਕਰੋ, ਇਮੇਜਿਨ ਕਰੋ ਕਿ ਤੁਸੀਂ ਖੇਤ ਦੇ ਵਿੱਚ ਖੜੇ ਹੋ। ਵਟ ਵੁੱਡ ਯੂ ਹੈਵ ਡਨ, ਤੁਸੀਂ ਕੀ ਕਰੋਗੇ? ਵਟ ਵੁੱਡ ਯੂ ਹੈਵ ਡਨ ਇਫ ਯੂ ਹੈਡ ਬੀਨ ਦਾ ਗਰਲ, ਤੁਸੀਂ ਕੀ ਕਰੋਗੇ ਜੇਕਰ ਤੁਸੀਂ ਲੜਕੀ ਦੀ ਥਾਂ 'ਤੇ ਹੋ। ਇਫ ਯੂ ਹੈਡ ਟੂ ਐਡਵਾਈਜ਼ ਦੀ ਗਰਲ, ਵਟ ਵੁੱਡ ਯੂ ਹੈਵ ਟੋਲਡ ਹਰ, ਔਰ ਜੇ ਤੁਹਾਨੂੰ ਉਸ ਲੜਕੀ ਨੂੰ ਨਸੀਹਤ ਦੇਣੀ ਪੈਂਦੀ ਹੈ ਤਾਂ ਤੁਸੀਂ ਕੀ ਕਹਿੰਦੇ ਹੋ? ਦੇਅਰ ਕੁਡ ਬੀ 3 ਪੋਸੀਬਿਲਿਟੀਜ਼, ਇਸ ਹਾਲਤ ਵਿੱਚ 3 ਸੰਭਾਵਨਾਵਾਂ ਹੋ ਸਕਦੀਆਂ ਹਨ। ਕਿਹੜੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ? ਮੰਨ ਲਓ ਜੇ ਤੁਸੀਂ ਉੱਥੇ ਖੜੇ ਹੋ ਤਾਂ ਤੁਸੀਂ ਕੀ ਕਹੋਗੇ? ਤਾਂ ਇਹ 3 ਸੰਭਾਵਨਾਵਾਂ ਹੋ ਸਕਦੀਆਂ ਨੇ। ਦ ਗਰਲ ਸ਼ੁੱਡ ਰਿਫਿਊਜ਼ ਟੂ ਟੇਕ ਅ ਪੈਬਲ, ਕਿ ਜੋ ਲੜਕੀ ਹੈ ਉਹ ਕੰਕਰ ਨਾ ਚੁੱਕੇ, ਉਹ ਪੈਬਲ ਚੁੱਕਣ ਤੋਂ ਮਨਾ ਕਰ ਦੇਵੇ। ਦੂਸਰੀ ਸੰਭਾਵਨਾ, ਦ ਗਰਲ ਸ਼ੁੱਡ ਸ਼ੋ ਦੈਟ ਦੇਅਰ ਵਰ 2 ਬਲੈਕ ਪੈਬਲਸ ਇਨ ਦ ਬੈਗ ਐਂਡ ਐਕਸਪੋਜ਼ ਦੀ ਮਨੀ ਲੈਂਡਰ ਐਜ਼ ਅ ਚੀਟ, ਜਾਂ ਲੜਕੀ ਇਹ ਸਾਫ਼ ਕਹਿ ਦੇਵੇ ਕਿ ਥੈਲੇ ਵਿੱਚ ਦੋਵੇਂ ਕਾਲੇ ਰੰਗ ਦੇ ਕੰਕਰ ਸਨ, ਔਰ ਉਹ ਫਿਰ ਐਕਸਪੋਜ਼ ਕਰ ਸਕਦੀ ਸੀ ਕਿਸ ਨੂੰ? ਮਨੀ ਲੈਂਡਰ ਨੂੰ, ਕਿ ਜਿਹੜਾ ਮਨੀ ਲੈਂਡਰ ਉਹ ਚੀਟ ਹੈ, ਧੋਖੇਬਾਜ਼ ਹੈ। ਜਾਂ ਫਿਰ ਤੀਸਰੀ ਸੰਭਾਵਨਾ ਕੀ ਹੋ ਸਕਦੀ ਹੈ? ਦੀ ਗਰਲ ਸ਼ੁੱਡ ਪਿਕ ਅਪ ਬਲੈਕ ਪੈਬਲ ਐਂਡ ਸੈਕਰੀਫਾਈਸ ਹਰਸੈਲਫ ਇਨ ਆਰਡਰ ਟੂ ਸੇਵ ਹਰ ਫਾਦਰ ਫਰੋਮ ਡੈਟ ਐਂਡ ਇੰਪ੍ਰਿਜ਼ਨਮੈਂਟ, ਜਾਂ ਲੜਕੀ ਨੂੰ ਉਹ ਬਲੈਕ ਪੈਬਲ, ਲੜਕੀ ਨੂੰ ਉਹ ਕਾਲਾ ਕੰਕਰ ਚੁੱਕ ਲੈਣਾ ਚਾਹੀਦਾ ਹੈ ਔਰ ਆਪਣੇ ਆਪ ਦਾ ਬਲੀਦਾਨ ਕਰ ਦੇਣਾ ਚਾਹੀਦਾ ਹੈ। ਕਿਸ ਦੇ ਲਈ? ਤਾਂ ਕਿ ਉਹ ਆਪਣੇ ਪਿਤਾ ਨੂੰ ਕਰਜ਼ੇ ਤੋਂ ਬਚਾ ਸਕੇ ਔਰ ਜੇਲ੍ਹ ਤੋਂ ਬਚਾ ਸਕੇ। ਦ ਗਰਲ ਪੁੱਟ ਹਰ ਹੈਂਡ ਇਨਟੂ ਦ ਬੈਗ ਐਂਡ ਡਰੂ ਆਊਟ ਅ ਪੈਬਲ, ਤਾਂ ਲੜਕੀ ਨੇ ਕੀ ਕੀਤਾ? ਆਪਣਾ ਹੱਥ ਬੈਗ ਦੇ ਵਿੱਚ ਪਾਇਆ ਔਰ ਇੱਕ ਕੰਕਰ ਕੱਢਿਆ। ਸ਼ੀ ਡਿਡ ਨਾਟ ਲੁੱਕ ਐਟ ਦੀ ਪੈਬਲ, ਔਰ ਉਸਨੇ ਕੰਕਰ ਨੂੰ ਨਹੀਂ ਵੇਖਿਆ। ਉਸਨੇ ਕੀ ਕੀਤਾ? ਸ਼ੀ ਲੈਟ ਦਾ ਪੈਬਲ fall onto the pebble strewn path where it immediately became lost among all the other pebbles, और she let the pebbles fall onto the pebble strewn path, और उसने उस पैबल ਨੂੰ, ਉਸ ਕੰਕਰ ਨੂੰ ਪੈਬਲ ਸਟ੍ਰੂਨ ਪਾਥ, ਕੰਕਰਾਂ ਨਾਲ ਢੱਕੇ ਹੋਏ ਰਸਤੇ ਉੱਤੇ ਸੁੱਟ ਦਿੱਤਾ। ਔਰ ਜਿੱਥੇ ਜਿਹੜਾ ਇਹ ਕੰਕਰ ਸੀ ਉਹ ਦੂਸਰੇ ਕੰਕਰਾਂ ਦੇ ਵਿੱਚ ਜਾ ਕੇ ਲੋਸਟ ਹੋ ਗਿਆ, ਘੁਲ ਮਿਲ ਗਿਆ, ਗੁੰਮ ਹੋ ਗਿਆ। ਦ ਗਰਲ ਐਡਮਿਟਡ, ਔਰ ਲੜਕੀ ਨੇ ਮੰਨ ਲਿਆ ਕਿ ਸ਼ੀ ਹੈਡ ਡਨ ਅ ਰੋਂਗ ਥਿੰਗ, ਔਰ ਲੜਕੀ ਨੇ ਕੀ ਐਡਮਿਟ ਕਰ ਲਿਆ ਕਿ ਉਸਨੇ ਗਲਤ ਕੰਮ ਕੀਤਾ ਸੀ। ਸ਼ੀ ਹੈਡ ਡਨ ਅ ਰੋਂਗ ਥਿੰਗ ਬਟ ਸ਼ੀ ਸੈਡ, ਲੇਕਿਨ ਉਸਨੇ ਕਿਹਾ ਕਿ ਇਫ ਦੇ ਲੁਕਡ ਇਨਟੂ ਦੀ ਬੈਗ, ਪਰ ਜੇ ਉਹ ਥੈਲੇ ਨੂੰ ਵੇਖਣ, ਉਸਨੇ ਕਿਹਾ ਜੇਕਰ ਉਹ ਥੈਲੇ ਨੂੰ ਵੇਖਣ ਤਾਂ ਫੋਰ ਦੈਟ ਵਨ ਦੈਟ ਇਜ਼ ਲੈਫਟ, ਤਾਂ ਇੱਕ ਬਾਕੀ ਬਚਿਆ ਹੈ।
एक बाकी कंकर बचिया है। दे वुड बी एबल टू टैल, फिर वो दसन के योग हो जाएंगे विच पैबल शी हैड पिकड, कि उसने केड़ा पैबल पिक किया सी, केड़ा कंकर चुकिया सी। सिंस द रिमेनिंग पैबल इज़ ब्लैक, ਜਿਹੜਾ बाकी बचिया होया पैबल सी वो किहड़े रंग दा सी, ब्लैक रंग दा। इट शुड बी अज्यूम्ड दैट शी पिकड द वाइट वन, और ये अज्यूम कर लेना चाहिए है, ये मन लेना चाहिए है कि उसने चुकया, किहड़ा चुकया, वाइट। एंड सिंस द मनी लैंडर डिड नॉट एडमिट हिज डिसऑनेस्टी, और उस मनी लैंडर अंदर इन्ना हौसला नहीं सी कि वह अपनी बेईमानी नूं स्वीकार कर सके। द गर्ल मे चेंज, और लड़की ने बदल दी किहड़ी स्थिति नूं, इंपॉसिबल सिचुएशन इनटू एन एडवेंटेजस वन, और लड़की ने एक असंभव स्थिति नूं एक लाभकारी स्थिति दे विच बदल दिता। दिस स्टोरी टीचस अस अ लैसन, इस स्टोरी सानू एक सबक भी सिखाउंदी है। द लैसन इज़, लैसन की सिखाउंदी है कि दैट द मोस्ट कंपलैक्स प्रॉब्लम्स डू हैव अ सोल्यूशन, कि हर कंपलैक्स प्रॉब्लम का कोई ना कोई हल है, हर गुंझलदार मुसीबत का कोई ना कोई हल है। इट इज़ ओनली दैट वी डू नॉट अटैम्प्ट टू थिंक इन दैट डायरेक्शन। इट टीचस अस टू थिंक आउट ऑफ द बॉक्स और थिंक लैटरली। और सिर्फ गल की होंदी है कि असी उस स्थिति के वल सोचने की कोशिश ही नहीं करते। इट टीचस अस, और ये सानू सिखाउंदा है कि सोचना, अलग तरीके नाल सोचना। लैटरल थिंकिंग इज़ क्रिएटिव और नॉन लीनियर थिंकिंग। जो लैटरल थिंकिंग है वो एक रचनात्मक थिंकिंग है, एक अलग तरीके नाल सोचना जो लैटरल थिंकिंग है। इट इज़ थिंकिंग डिफरेंटली, ये विचार करना एक अलग तरीके नाल। इट इज़ डूइंग समथिंग दैट माइट बी नोवल एंड अनकन्वेंशनल इन नेचर। इट इज़ डूइंग समथिंग, और एक कुछ ऐसा करना जो नवी होवे, दैट माइट बी नोवल, और परंपरा के अनुकूल ना होवे। कुछ इस तरह सोचना जो नॉवल होवे और परंपरा के अनुकूल ना होवे। देयर इज़ अनदर स्टोरी, एक होर कहानी है दैट इलस्ट्रेट्स द यूज़ ऑफ लैटरल थिंकिंग, जो शो करती है किसनू, लैटरल थिंकिंग नू। A millionaire named Thomas walked into a popular bank in the middle of New York City। एक मिलीनियर जो व्यक्ति सी जिसका नाम थॉमस सी, वो एक बैंक दे विच गया जो न्यूयॉर्क सिटी दे विच सी। ही रिक्वेस्टेड, उसने रिक्वेस्ट की लोन ऑफिसर नू, किस दे लई, फॉर अ स्मॉल सम ऑफ मनी, कुछ लोन लैण दे लई। उसने लोन ऑफिसर नू बेनती की, किन्ना लोन, $5,000। द बैंक ऑफिसर आस्कड फॉर सिक्योरिटी, और बैंक ऑफिसर ने सिक्योरिटी की मंग की भी वो सिक्योरिटी की देगा। ही ऑफर्ड इज ब्रांड न्यू फरारी कार, और उसने पेशकश की अपनी एक नवी ब्रांडेड कार, फरारी कार, सिक्योरिटी वजों। थॉमस लेफ्ट द बैंक विद $5,000 एंड द बैंक एम्प्लॉयज टुक Thomas keys and drove the brand new Ferrari down into the bank's underground garage। और थॉमस ने, और जो थॉमस सी वो $5,000 बैंक विचों लैके चला गया, और जो बैंक कर्मचारी सी, जो बैंक एम्प्लॉय सी, उसने थॉमस तो चाबियां लईयां और ड्रॉव द ब्रांड न्यू फरारी, और जो नवी फरारी जो गड्डी सी उसनू लै गए बैंक के जो अंडरग्राउंड गैरेज के विच। ही श्योर्ड थॉमस, और उन्होंने, और उसने थॉमस को विश्वास दिवाया कि इट वुड बी परफेक्टली सेफ देयर, कि जो एक गड्डी है इत्थे सुरक्षित रहेगी। आफ्टर 2 वीक्स थॉमस रिटर्नड, 2 हफ्ते बाद थॉमस वापस आया, न्यूयॉर्क वापस आया, और रिटर्न द बोरोड $5,000 प्लस द इंटरेस्ट, और उसने वापस किए $5,000 किस दे समेत, व्याज समेत। दे had found out that he was one of the wealthiest men in America, और उन्होंने पता लग्या कि वो अमेरिका दे विच सब तो अमीर व्यक्तियों विचों एक सी। द बैंक वांटेड टू नो, और बैंक जानना चाहता सी
वाई ही हैड द नीड टू बोरो $5,000 कि उसनों क्यों लोड़ पई $5,000 लोन लैण दी उसनों क्यों लोड़ पई। ये कौन जानना चाहुंदा सी? जो बैंक के कर्मचारी सन। थॉमस स्माइल्ड, picked up the keys from the counter and said if they could tell him another way he could have parked the new Ferrari in the middle of New York for 2 weeks for just $115 and still get it back in top conditions। थॉमस मुस्कुराया, अपनी चाबियां उसने काउंटर तो चुकियां और की किया, और उसने कहा कि वो दस सकते सन कोई होर तरीका, अनदर वे, कि वो अपनी जो नवीं जो उसकी फरारी गड्डी सी वो 2 हफ्तियां दे लई $115 ਦੇ ਵਿੱਚ ਕਿਤੇ ਉਸ ਨੂੰ ਖੜੀ ਕਰ ਸਕੇ, ਉਹ ਵੀ ਸੁਰੱਖਿਅਤ ਤਰੀਕੇ ਨਾਲ, ਐਂਡ ਸਟਿਲ ਗੈਟ ਇਟ ਬੈਕ ਇਨ ਟੌਪ ਕੰਡੀਸ਼ਨ, ਔਰ ਫਿਰ ਇਸ ਨੂੰ ਵਾਪਸ ਹਾਸਲ ਕਰ ਸਕੇ ਉਸੇ ਕੰਡੀਸ਼ਨ ਦੇ ਵਿੱਚ ਕਿ ਕੋਈ ਐਸੀ ਜਗ੍ਹਾ ਸੀ। ਆਫਟਰ ਸੇਇੰਗ ਦਿਸ, एक कहने तो बाद थॉमस वॉकड आउट ऑफ द डोर, थॉमस चला गया, एंड द लोन ऑफिसर स्माइल्ड अ बिगर स्माइल, और जो लोन ऑफिसर से वो मुस्कुराया, उसके चेहरे पर एक वड्डी मुस्कुराहट आ गई। डी बोनो एक्सप्लेन्स दैट लैटरल थिंकिंग इज कंसर्नड नॉट विद प्लेइंग विद द एग्जिस्टिंग पीसेस बट विद सीकिंग टू चेंज दोज वेरी पीसेस। और डी बोनो एक्सप्लेन करता है कि जी लैटरल थिंकिंग है वो सिर्फ संबंध नहीं रखती अलग अलग पीसिस दे विच, बट विद सीकिंग टू चेंज, सगों वो उन्हां पीसिस नूं बदलण दी भी इच्छा रखती है। इट इज़ कंसर्नड, और ये संबंध रखती है किस दे नाल? विद अ परसैप्शन पार्ट ऑफ थिंकिंग, कि वो अलग तरीके की सोच और समझ दे नाल संबंध रखती है। थैंक्स।